ਤੇ ਅਸੀਂ ਮੋਹਾਲੀ ਤੁਹਾਨੂੰ ਇਨਵਾਈਟ ਕੀਤਾ ਸੀ ਪ੍ਰੈਸ ਕਾਨਫਰੰਸ ਦੇ, ਸਾਰੇ ਆਏ, ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਸਾਡਾ ਮੁੱਦਾ ਹੈ ਉਹ ਹੈ ਕਿ ਸਾਡੇ ਜਿਹੜੇ ਹੈਲਥ ਮਿਨਿਸਟਰ ਰਹੇ ਬਲਬੀਰ ਸਿੰਘ ਸਿੱਧੂ ਜੀ, ਐਕਸ ਹੈਲਥ ਮਿਨਿਸਟਰ ਹੁਣ ਕਵਾਂਗੇ ਤੁਹਾਨੂੰ, ਤੇ ਸਾਨੂੰ ਲੱਗਦਾ ਸੀ ਵੀ ਚੰਨੀ ਸਾਹਿਬ ਆ ਕੇ ਕਾਫੀ ਇੰਪਰੂਵਮੈਂਟ ਕਰ ਰਹੇ ਨੇ ਕਾਂਗਰਸ ਦੇ ਅੰਦਰ, ਤੇ ਇਹਨਾਂ ਨੂੰ ਹਾਲਾਂਕਿ ਕੁਰਸੀ ਤੋਂ ਤਾਂ ਉਤਾਰ ਦਿੱਤਾ ਗਿਆ, ਪਰ ਸਾਨੂੰ ਸੀਗਾ ਜਿਵੇਂ ਮਜੀਠੀਆ ਜੀ ਦੇ ਅਗੇਂਸਟ ਇਹਨਾਂ ਨੇ ਕੇਸ ਇੱਕ ਦਰਜ ਕੀਤਾ ਹੈ, ਤੇ ਇੱਦਾਂ ਹੀ ਬਲਬੀਰ ਸਿੰਘ ਸਿੱਧੂ ਜੀ ਜਿਨ੍ਹਾਂ ਦੇ ਅਗੇਂਸਟ ਇੰਨੇ ਸਕੈਮ ਦੇ ਕੇਸਿਸ ਨੇ, ਉਹਨਾਂ ਦੇ ਅਗੇਂਸਟ ਵੀ ਕੇਸ ਦਰਜ ਹੋਏਗਾ। ਪਰ ਕਿਉਂਕਿ ਰਾਜਨੀਤੀ ਇਹੋ ਜਿਹੇ ਮੋੜ 'ਤੇ ਸੀਗੀ ਕਿ ਬਲਬੀਰ ਸਿੱਧੂ ਜੀ ਨੂੰ ਸਾਡੇ ਚੰਨੀ ਸਾਹਿਬ ਨੂੰ ਆਪਣੇ MLA ਦੀ ਲੋੜ ਜ਼ਿਆਦਾ ਸੀਗੀ, ਇਸ ਕਰਕੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ, ਤੇ ਇੱਥੇ ਆ ਕੇ ਰਾਦਰ ਇਹਨਾਂ ਦੇ ਆ ਕੇ ਪ੍ਰੋਗਰਾਮ ਵੀ ਕੀਤਾ ਤੇ ਕਿਹਾ ਵੀ ਮੇਰੇ ਵੱਡੇ ਭਰਾ ਨੇ, ਔਰ ਇਹ ਵੀ ਕਿਹਾ ਵੀ ਮੈਂ ਇਹਨਾਂ ਤੋਂ ਡਰਦਾ ਕਿਉਂਕਿ ਇਹਨਾਂ ਦਾ ਡਰਾਉਣ ਦੀ ਤੇ ਪੁਰਾਣੀ ਆਦਤ ਹੈਗੀ ਹੈ ਬਲਬੀਰ ਸਿੱਧੂ ਜੀ ਦੀ। ਮੈਂ ਕੁਝ ਤੁਹਾਡੇ ਨਾਲ ਕੇਸਿਸ ਇਸ ਲਈ ਡਿਸਕਸ ਕਰਨਾ ਹੈ ਕਿ ਲੈਂਡ ਮਾਫੀਆ ਦੇ ਅੰਦਰ ਬਲਬੀਰ ਸਿੱਧੂ ਜੀ ਨੇ ਬਹੁਤ ਵੱਡਾ ਕੰਮ ਕੀਤਾ। ਕੋਈ ਪਿੰਡ ਇਹੋ ਜਿਹਾ ਨਹੀਂ ਛੱਡਿਆ ਜਿੱਥੋਂ ਦੀ ਸ਼ਾਮਲਾਟ ਜ਼ਮੀਨ 'ਤੇ ਇਹਨਾਂ ਨੇ ਕਬਜ਼ਾ ਨਾ ਕੀਤਾ ਹੋਏ। ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੀ ਗਊਸ਼ਾਲਾ ਦੀ ਟਰਸਟ ਬਣਾਇਆ ਗਿਆ, ਔਰ ਉਸ ਟਰਸਟ ਦਾ ਐਡਰੈਸ ਵੀ ਆਪਣੇ ਘਰ ਦਾ ਦਿੱਤਾ ਗਿਆ, ਹਾਊਸ ਨੰਬਰ 2222 ਫੇਸ 7 ਤੱਕ ਖੁਦ ਉਹਦੇ ਚੇਅਰਮੈਨ ਬਣੇ, ਤੇ ਉਹ 10 ਕਿੱਲੇ ਜਗ੍ਹਾ 10 ਏਕੜ 5 ਕਨਾਲ ਜਗ੍ਹਾ ਇਹਨਾਂ ਨੇ ਹੋਰ ਕਬਜ਼ਾ ਕਰ ਲਿਆ, ਜਿਸ ਦੇ ਉੱਤੇ ਸਿਰਫ 25,000 ਰੁਪਏ ਪਰ ਏਕੜ ਦੇ ਹਿਸਾਬ ਨਾਲ ਪੈਸਾ ਲਿੱਤਾ ਗਿਆ। ਗੱਲ ਵੱਡੀ ਹੈ ਕਿ ਲੋਕੀ ਜਿਹੜੇ ਨੇ ਮੋਹਾਲੀ ਦੇ ਉਹ ਹਿਸਾਬ ਮੰਗਦੇ ਹਨ। ਹਿਸਾਬ ਕਾਹਦਾ ਮੰਗਦੇ ਹੈ ਕਿ ਜਿਹੜੀ ਪ੍ਰਾਈਮ ਲੈਂਡ ਹੈਗੀ ਹੈ, ਇੰਨੀ ਮਹਿੰਗੀ ਜ਼ਮੀਨ ਹੈਗੀ ਹੈ, ਉਹਨਾਂ ਨੂੰ ਆਪਣੇ ਸਿਰਫ ਯੂਜ਼ ਲਈ ਕਿ ਵੀ ਇੱਥੇ ਗਊਸ਼ਾਲਾ ਦੀ ਲੋੜ ਹੈ। ਇੱਕ ਪੱਤਰਕਾਰ ਸਾਹਿਬ ਨੇ ਉਹਨਾਂ ਤੋਂ ਸਵਾਲ ਪੁੱਛਿਆ ਕਿ ਜੀ ਗਊਸ਼ਾਲਾ ਤਾਂ ਆਲਰੇਡੀ ਸਰਕਾਰੀ ਸੀਗੀ, ਉਹ ਕਹਿੰਦੇ ਉੱਥੇ ਜਿਹੜੀਆਂ ਸਾਡੇ ਮੱਝਾਂ ਨੇ, ਜਿਹੜੇ ਸਾਡੇ ਉੱਥੇ ਉਹਨੇ ਉਹਨਾਂ ਨੂੰ ਗਾਵਾਂ ਨੂੰ ਰੋਟੀ ਨਹੀਂ ਮਿਲਦੀ। ਜੇ ਉੱਥੇ ਰੋਟੀ ਨਹੀਂ ਮਿਲਦੀ, ਉੱਥੇ ਰੋਟੀ ਪ੍ਰੋਵਾਈਡ ਕਰਾ ਦਿਓ। ਨਵੀਂ ਜਗ੍ਹਾ ਲੈਣ ਦਾ ਕੀ ਪਰਪਸ ਸੀਗਾ? ਉਹਨਾਂ ਦਾ ਪਰਪਸ ਬੜਾ ਕਲੀਅਰ ਸੀਗਾ ਕਿ ਅਸੀਂ ਇੱਥੇ ਕਬਜ਼ਾ ਕਰਨਾ, ਔਰ ਉਹਦੇ ਉੱਤੇ ਇੱਕ ਪੁਆਇੰਟ ਲਿਖਿਆ ਗਿਆ। ਪੁਆਇੰਟ ਦੇ ਅੰਦਰ ਸੀਗਾ ਕਿ ਇੱਥੇ ਅਸੀਂ ਬੈਂਕਟ ਹਾਲ ਬਣਾਵਾਂਗੇ। ਗਊਸ਼ਾਲਾ ਦੀ ਜਗ੍ਹਾ ਲੈ ਰਹੇ ਹੋ ਤੁਸੀਂ ਤੇ ਉੱਥੇ ਬੈਂਕਟ ਹਾਲ ਬਣਾ ਰਹੇ ਹੋ, ਉਹਦੀ ਕੀ ਲੋੜ ਹੈ? ਉੱਥੇ ਡਾਇਗਨੋਸਟਿਕ ਸੈਂਟਰ ਬਣਾਇਆ ਜਾ ਰਿਹਾ, ਇਹ ਨਹੀਂ ਵੀ ਵੈਟਨਰੀ ਹਸਪੀਟਲ ਨਹੀਂ ਕਿਹਾ, ਡਾਇਗਨੋਸਟਿਕ ਸੈਂਟਰ। ਬਿਲਕੁਲ ਕਲੀਅਰ ਸੀਗਾ ਕਿ ਉੱਥੇ ਇਹਨਾਂ ਨੇ ਕਬਜ਼ਾ ਕਰਨਾ ਸੀ ਜਗ੍ਹਾ ਦਾ, ਔਰ ਉਸੇ ਕਰਕੇ ਅਸੀਂ ਅੱਜ ਮੇਨ ਪ੍ਰੈਸ ਕਾਨਫਰੰਸ ਬਣਾਈ ਹੈ ਕਿਉਂਕਿ ਇਹ ਰੋਸ਼ ਹੁਣ ਅਸੀਂ ਅੱਗੇ ਚਲਾ ਕੇ ਰੱਖਾਂਗੇ। ਸਾਡਾ ਧਰਨਾ ਬਹੁਤ ਜਲਦੀ ਉਸ ਗਊਸ਼ਾਲਾ ਦੀ ਜਗ੍ਹਾ ਦੇ ਬਾਹਰ ਹੋਊਗਾ ਜੇ ਉਹ ਜਗ੍ਹਾ ਵਾਪਸ ਨਾ ਆਈ। ਹਾਲਾਂਕਿ ਮੁੱਖ ਮੰਤਰੀ ਜੀ ਨੂੰ ਕਈ ਲੋਕਾਂ ਨੇ ਪੱਤਰ ਦਿੱਤੇ, ਕੈਪਟਨ ਸਾਹਿਬ ਤਾਂ ਉਹਨਾਂ ਨਾਲ ਮਿਲੇ ਹੋਏ ਸੀਗੇ, ਸਭ ਨੂੰ ਪਤਾ ਸੀ, ਪਰ ਉਮੀਦ ਸੀਗੀ ਲੋਕਾਂ ਨੂੰ ਕਿ ਚੰਨੀ ਸਾਹਿਬ ਉਹਨਾਂ ਨਾਲ ਨਹੀਂ ਮਿਲੇ ਹੋਏ, ਪਰ ਚੰਨੀ ਸਾਹਿਬ ਨੇ ਵੀ ਉਹ ਕੰਮ ਪੂਰਾ ਕਰਤਾ, ਔਰ ਚੰਨੀ ਸਾਹਿਬ ਨੇ ਵੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਕਲੀਨ ਚਿੱਟ ਦਿੱਤੀ ਹੋਈ ਹੈ। ਦੂਜਾ ਜਿਹੜਾ ਹੈਗਾ ਇੱਕ ਹੋਰ ਹੈ, ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੈ ਉਹ ਹੈਗੀ ਹੈ, ਇੱਥੇ ਇਹਨਾਂ ਨੇ ਕਿਹਾ ਜੀ ਅਸੀਂ ਵਰਲਡ ਕਲਾਸ ਮੈਡੀਕਲ ਹਸਪੀਟਲ ਬਣਾ ਰਹੇ ਹਾਂ। ਡਾਕਟਰ TS ਕਲੇਰ ਜੀ ਨੂੰ ਇਹਨਾਂ ਨੇ ਜਗ੍ਹਾ ਦਿੱਤੀ ਹੈਗੀ ਹੈ 1 ਲੱਖ ਪਰ ਇੱਕ ਕਿੱਲੇ ਦੇ ਹਿਸਾਬ ਨਾਲ 1,08,000 ਰੁਪਏ। ਬੜੀ ਪਿੰਡ ਦੀ ਜਗ੍ਹਾ ਹੈਗੀ ਹੈ। ਤੁਹਾਨੂੰ ਪਤਾ ਹੋਊਗਾ ਕਿ ਇਸ ਪਿੰਡ ਦੇ ਅੰਦਰ ਡਾਕਟਰ ਕਲੇਰ ਕਾਫੀ ਦੇਰ ਤੋਂ ਇਹ ਜਗ੍ਹਾ ਨੂੰ ਲੱਭ ਰਹੇ ਸੀਗੇ, ਮਤਲਬ ਉਹ ਪਹਿਲਾਂ ਵੀ ਕੋਸ਼ਿਸ਼ ਕਰਦੇ ਰਹੇ ਹੈ, ਪਰ ਇਹ ਫਿਰ ਤੋਂ ਇਹਨਾਂ ਨੇ ਜਿਹੜੀ ਲੀਜ਼ ਦੀ ਜਗ੍ਹਾ ਹੈ, ਲੀਜ਼ ਦਾ ਜਿਹੜਾ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਉਹ ਬੜਾ ਡਿਫਰੈਂਟ ਬਣਾਇਆ। ਇੱਕਦਮ ਪਤਾ ਲੱਗਦਾ ਕਿ ਜੀ ਇਹ ਜਗ੍ਹਾ ਆਕਸ਼ਨ ਹੋ ਗਈ, ਇਹ ਜਗ੍ਹਾ ਲੀਜ਼ 'ਤੇ ਚਲੀ ਗਈ, ਇੱਕ ਬੰਦਾ ਹੀ ਆਉਂਦਾ, ਇੱਕੋ ਬੰਦੇ ਨੂੰ ਦਿੱਤੀ ਜਾਂਦੀ ਹੈ। ਇਹਦੇ ਅੰਦਰ ਕੋਈ ਵੀ ਟਰਾਂਸਪੇਰੈਂਸੀ ਨਹੀਂ ਹੈ, ਕਿਸੇ ਵੀ ਐਂਗਲ ਦੇ ਉੱਤੇ ਇਹਨਾਂ ਨੇ ਇਸ ਚੀਜ਼ ਦਾ ਖਿਆਲ ਨਹੀਂ ਰੱਖ ਰਹੇ ਕਿ ਵੀ ਅਸੀਂ ਇਹਨੂੰ ਕਿਵੇਂ ਕਰੇ। ਹਾਲਾਂਕਿ ਡੈਡੀ ਪਿੰਡ ਦੀ ਜਗ੍ਹਾ ਹਾਈ ਕੋਰਟ 'ਚ ਚੈਲੰਜ ਹੋਈ, ਇਹ ਵੀ ਹਾਈ ਕੋਰਟ 'ਚ ਚੈਲੰਜ ਹੋ ਰਹੀ ਹੈ, ਤੁਹਾਨੂੰ ਲੋਕਾਂ ਨੂੰ ਪਤਾ ਹੋਏਗਾ ਇਸ ਗੱਲ ਦੇ ਬਾਰੇ। ਡੈਡੀ ਪਿੰਡ ਦੀ ਜਗ੍ਹਾ ਜਿਹੜੀ ਚੈਲੰਜ ਹੋਈ ਸੀ ਉਹ ਵਾਪਸ ਲਿੱਤੀ ਗਈ। ਉਸ ਤੋਂ ਪਹਿਲਾਂ ਤੰਗੋਰੀ ਪਿੰਡ ਦੀ ਜਗ੍ਹਾ ਤੋਂ ਵੀ ਇੱਦਾਂ ਹੀ ਕੀਤਾ ਗਿਆ, ਉਹਨੂੰ ਵੀ ਵਾਪਸ ਲਿੱਤਾ ਗਿਆ। ਇਹ ਜਿਹੜਾ ਲੈਂਡ ਮਾਫੀ ਹੈ ਕਿ ਮਾਨਕਪੁਰ ਕਲਰ ਦੀ ਵੀ ਜਗ੍ਹਾ ਆਪਾਂ ਦੇਖੀਏ, ਲੈਂਡਚੈਸਟਰ ਗਰੁੱਪ ਨੂੰ ਉੱਥੇ ਬਣਾਇਆ ਗਿਆ। ਇਹੋ ਜਿਹਾ MLA ਅਸੀਂ 3 ਵਾਰੀ ਮੋਹਾਲੀ ਵਾਲਿਆਂ ਨੇ ਚੁਣਿਆ, ਤੇ ਮੋਹਾਲੀ ਦੇ ਲੋਕੀ ਉਹਨਾਂ ਤੋਂ ਹਿਸਾਬ ਮੰਗਦੇ ਹੈ। ਹਿਸਾਬ ਇਹ ਮੰਗਦੇ ਕਿ ਜੇ ਅਸੀਂ ਲੈਂਡ ਮਾਫੀਆ ਵਾਲੇ ਬੰਦੇ ਨੂੰ ਹੀ MLA ਬਣਾਉਣਾ ਸੀਗਾ ਤੇ ਫਿਰ ਤਾਂ ਸਾਨੂੰ ਲੋੜ ਹੀ ਨਹੀਂ ਹੋਰ ਕਿਸੇ ਚੀਜ਼ ਦੀ। ਅਗਰ ਕ੍ਰਾਈਮ ਕਰਨ ਵਾਲਾ ਤੇ ਕ੍ਰਾਈਮ ਨੂੰ ਸੁਧਾਰਨ ਵਾਲਾ ਬੰਦਾ ਸੇਮ ਹੋਏਗਾ ਤੇ ਅਸੀਂ ਬਦਲਾਵ ਕਿਵੇਂ ਲੈ ਕੇ ਆਵਾਂਗੇ? ਤੇ ਇਹ ਗੱਲ ਕੱਲੀ ਮੇਰੀ ਨਹੀਂ ਹੈ, ਇਹ ਪੂਰੇ ਮੋਹਾਲੀ ਹਲਕੇ ਦੀ ਗੱਲ, ਗਲੀ ਗਲੀ ਦੀ ਆਵਾਜ਼ ਹੈ। ਪਰ ਇਹਨਾਂ ਦੇ ਅਗੇਂਸਟ ਅਗਰ ਕੋਈ ਵੀ ਗੱਲ ਚੱਕਦਾ ਹੈ ਤੇ ਉਹਦੇ ਅਗੇਂਸਟ ਕੁਛ ਨਾ ਕੁਛ ਪਰਚਾ ਕਰਾ ਦਿੱਤਾ ਜਾਂਦਾ ਹੈ, ਪਰਚਾ ਕਰਾ ਦਿੱਤਾ ਜਾਂਦਾ ਹੈ। ਸਾਡੇ ਵੀ ਕਈ ਲੋਕਾਂ ਦੇ ਅਗੇਂਸਟ ਇਹਨਾਂ ਨੇ ਪਰਚੇ ਕਰਾਏ, ਔਰ ਪਰਚੇ ਦਾ ਪਰਪਸ ਹੈ ਕਿ ਵੀ ਇਹ ਧਮਕਾਉਂਦੇ ਨੇ। ਇਹਨਾਂ ਦੇ ਜਿਹੜੇ ਭਾਈ ਸਾਹਿਬ ਜਿਨ੍ਹਾਂ ਨੂੰ ਇਹਨਾਂ ਨੇ ਮੇਅਰ ਬਣਾਇਆ, ਉਹਨਾਂ ਦਾ ਕੰਮ ਸਿਰਫ ਔਰ ਸਿਰਫ ਪੁਲਿਸ ਵੱਲੋਂ ਧਮਕਾਉਣਾ ਹੈ ਲੋਕਾਂ ਨੂੰ ਔਰ ਪਰਚੇ ਕਰਾਉਣਾ ਹੈ। ਸਾਡੇ ਵੀ ਬੰਦਿਆਂ ਦੇ ਉੱਤੇ ਇਹਨਾਂ ਨੇ ਪਰਚੇ ਕਰਾਏ ਇਸੇ ਚੀਜ਼ ਨੂੰ ਦੇਖਦੇ ਹੋਏ। ਇਸ ਤੋਂ ਇਲਾਵਾ ਜਦ ਇਹ ਹੈਲਥ ਮਿਨਿਸਟਰ ਰਹੇ, ਮੈਂ ਦੱਸਣਾ ਚਾਹਾਂਗਾ ਇਹਨਾਂ ਬਾਰੇ ਕਿ ਜਦ ਇਹ ਹੈਲਥ ਮਿਨਿਸਟਰ ਰਹੇ ਤਦ ਇਹਨਾਂ ਨੇ ਕਿਹੜੇ ਸਕੈਮ ਉੱਥੇ ਵੀ ਕੀਤੇ, ਕਿਉਂਕਿ ਜਿਹੜਾ ਬੰਦਾ ਚੋਰ ਹੁੰਦਾ ਨਾ ਉਹਨੂੰ ਚੋਰੀ ਦੀ ਆਦਤ ਹਰਦਮ ਰਹਿੰਦੀ ਹੈ, ਉਹ ਚੋਰੀ ਦੀ ਆਦਤ ਨਹੀਂ ਬਦਲ ਸਕਦਾ। ਸਭ ਤੋਂ ਪਹਿਲਾ ਸਕੈਮ ਤੁਹਾਨੂੰ ਲੋਕਾਂ ਨੂੰ ਯਾਦ ਹੋਊਗਾ ਕਿ ਡੀ ਐਡਿਕਸ਼ਨ
ਜਿਹੜੇ ਸਾਡੇ ਇੰਨੇ ਸੈਂਟਰ ਖੁੱਲੇ ਸੀ, ਇੱਕ ਦਵਾਈ ਆਉਂਦੀ ਹੈ ਡੀ ਐਡਿਕਸ਼ਨ ਦੀ, ਇੱਕ ਤਾਂ ਟ੍ਰੈਮਾਡੋਲ ਆਉਂਦੀ, ਇੱਕ ਬਾਈਪੈਨ ਆਉਂਦੀ ਹੈ। ਬਾਈਪੈਨ ਦੀਆਂ 5 ਕਰੋੜ ਟੈਬਲੇਟਸ ਜਿਹੜੀਆਂ ਕਿ 200 ਕਰੋੜ ਦੀਆਂ ਸੀਗੀਆਂ, ਉਹ ਗਾਇਬ ਕਰ ਦਿੱਤੀਆਂ ਗਈਆਂ। ਤਦ ਇਹ ਹੈਲਥ ਮਿਨਿਸਟਰ ਸੀਗੇ, ਕਾਫੀ ਰੌਲਾ ਪਿਆ, ਇਨਕੁਆਇਰੀ ਵੀ ਮੰਗੀ ਗਈ, ਪਰ ਉਸੇ ਟਾਈਮ ਦੇ ਉੱਤੇ ਕਰੋਨਾ ਆ ਗਿਆ, ਜਿਸ ਕਰਕੇ ਇਹ ਕੇਸ ਦਬ ਗਿਆ। ਔਰ ਸਾਨੂੰ ਬੜੀ ਉਮੀਦ ਸੀਗੀ, ਕਿਉਂ ਉਮੀਦ ਸੀਗੀ? ਕਿਉਂਕਿ ਐਨਫੋਰਸਮੈਂਟ ਡਾਇਰੈਕਟਰ ਨੇ ਇਹ ਡਾਇਰੈਕਸ਼ਨ ਦੇਤੀ ਸੀਗੀ ਕਿ ਇਹਦੇ ਉੱਤੇ ਇਨਕੁਆਇਰੀ ਕੀਤੀ ਜਾਏ, ਪਰ ਪੰਜਾਬ ਦੇ ਹੈਲਥ ਮਿਨਿਸਟਰ ਉਸ ਟਾਈਮ ਦੇ ਬਲਬੀਰ ਸਿੱਧੂ ਜੀ ਨੇ ਇਸ ਨੂੰ ਰੋਕਿਆ ਗਿਆ ਔਰ ਇਹਨੂੰ ਅੱਗੇ ਨਹੀਂ ਵਧਾ ਦਿੱਤਾ। ਉਸ ਤੋਂ ਬਾਅਦ ਕਰੋਨਾ ਆ ਗਿਆ, ਇਹਨਾਂ ਨੇ ਕਿਹਾ ਵੀ ਹੁਣ ਤੇ ਸਾਡੇ ਲਈ ਬਹੁਤ ਇਹੋ ਜਿਹਾ ਟਾਈਮ ਆ ਗਿਆ ਹੈ ਕਿ ਜਦ ਲੋਕੀ ਵਿਚਾਰੇ ਸੜਕਾਂ ਤੇ ਮਰ ਰਹੇ ਸੀਗੇ, ਇਹਨਾਂ ਨੇ ਆਪਣੇ ਘਰ ਦੇ ਬਾਹਰ, ਹੈਲਥ ਮਿਨਿਸਟਰ ਹੋਣ ਦੇ ਬਾਵਜੂਦ ਆਪਣੇ ਘਰ ਦੇ ਬਾਹਰ ਇਹਨਾਂ ਨੇ ਲਿਖ ਕੇ ਲਾਤਾ ਨੋ ਪਬਲਿਕ ਡੀਲਿੰਗ ਟਿਲ 30/3/2020 ਡਿਊ ਟੂ ਕਰੋਨਾ ਵਾਇਰਸ। ਅਗਰ ਲੜਾਈ ਲੱਗਦੀ ਹੈ ਔਰ ਆਰਮੀ ਦੇ ਜਿਹੜੇ ਜਰਨੈਲ ਨੇ ਉਹੀ ਆਪਣੇ ਘਰ 'ਚ ਛੁਪ ਕੇ ਬੈਠ ਜਾਣਗੇ ਤੇ ਬਾਕੀ ਜਨਤਾ ਦਾ ਕੀ ਹਾਲ ਹੋਏਗਾ? ਇਹ ਸਾਡੇ ਸਿਹਤ ਮੰਤਰੀ ਨੇ ਉਸ ਟਾਈਮ ਦੇ ਉੱਤੇ ਇਹ ਆਪਣੇ ਘਰ ਦੇ ਬਾਹਰ ਇਹ ਲਾਇਆ ਸੀ, ਤੁਹਾਨੂੰ ਯਾਦ ਹੋਊਗਾ ਕਿ ਇਹ ਕਿਸੇ ਨੂੰ ਮਿਲੇ ਨਹੀਂ ਸੀ। ਔਰ ਉਸ ਦੇ ਸਾਰੀ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਸੈਨੀਟਾਈਜੇਸ਼ਨ ਦੇ ਉੱਤੇ ਤੁਹਾਨੂੰ ਯਾਦ ਹੋਏਗਾ ਬਲੈਕ ਮਾਰਕੀਟਿੰਗ ਕਿਵੇਂ ਹੋਈ, ਪੀਪੀਈ ਕਿਟਸ, ਕਿਉਂਕਿ ਮੈਂ ਖੁਦ ਡਾਕਟਰ ਹਾਂ, ਅਸੀਂ ਖੁਦ ਇਹਦੇ ਅੰਦਰ ਦੇਖਿਆ ਕਿ ਜਿਹੜੀ ਚੀਜ਼ ਮਾਰਕੀਟ ਦੇ ਅੰਦਰ 250 ਰੁਪਏ ਦੀ ਸੀ ਉਹ 1200 ਰੁਪਏ ਦੀ ਹੋ ਗਈ। ਪੀਪੀਈ ਕਿਟਸ ਜਿਹੜੀਆਂ ਸੀਗੀਆਂ ਉਹ 2-2 ਹਜ਼ਾਰ ਰੁਪਏ ਤੱਕ ਵਿਕੀਆਂ। ਸੈਨੀਟਾਈਜੇਸ਼ਨ ਫੇਸ ਮਾਸਕ ਜਿਹੜੇ ਸੀਗੇ ਉਹ ਵੀ ਮਾਰਕੀਟ 'ਚ ਕਾਫੀ ਮਹਿੰਗੇ ਹੋਣੇ ਸੀ। ਉਸ ਤੋਂ ਬਾਅਦ ਸਕੈਮ ਦੀ ਘੜੀ ਉੱਤੇ ਰੁਕੀ ਨਹੀਂ, ਉਸ ਤੋਂ ਬਾਅਦ ਇਹਨਾਂ ਨੇ ਫਤਿਹ ਕਿਟਸ ਦਾ ਸਕੈਮ ਆਇਆ। ਫਤਿਹ ਕਿਟਸ ਦੇ ਅੰਦਰ ਪਹਿਲੀ ਵਾਰ ਦੇਖਿਆ ਵੀ 3 ਟੈਂਡਰ ਹੋ ਗਏ 15 ਦਿਨਾਂ ਦੇ ਅੰਦਰ। ਪਹਿਲਾ ਟੈਂਡਰ ਹੋਇਆ 3 ਅਪ੍ਰੈਲ ਨੂੰ, ਦੂਜਾ ਹੋਇਆ 20 ਅਪ੍ਰੈਲ ਨੂੰ ਔਰ ਤੀਜਾ ਹੋਇਆ 7 ਮਈ ਨੂੰ। ਮਤਲਬ 1 ਮਹੀਨੇ ਦੇ ਅੰਦਰ ਇਹ ਸਾਰੇ ਟੈਂਡਰ ਕਰ ਦਿੱਤੇ ਗਏ। ਪਹਿਲੀ ਵਾਰ ਜਦ ਫਤਿਹ ਕਿਟਸ ਆਈ ਉਹਦੇ ਅਗੇਂਸਟ ਵੀ ਤੁਹਾਨੂੰ ਪਤਾ ਹੋਏਗਾ ਕਿ PIL ਹੋਈ ਸੀਗੀ, ਔਰ ਫਤਿਹ ਕਿਟਸ ਦੇ ਅੰਦਰ ਪਹਿਲਾ ਜਿਹੜਾ ਰੇਟ ਕੱਟਿਆ ਗਿਆ ਸੀ 837 ਰੁਪਏ ਕੱਟਿਆ ਗਿਆ ਸੀ। 837 ਰੁਪਏ ਦੀ ਫਤਿਹ ਕਿਟ ਪਹਿਲੀ ਜਿਹੜੇ ਬੰਦੇ ਤੋਂ ਲਿੱਤੀ ਗਈ, ਟੈਂਡਰ ਹੋਇਆ। ਦੂਜਾ ਟੈਂਡਰ ਜਿਹੜਾ ਕਿ 17 ਦਿਨਾਂ ਬਾਅਦ ਹੋਇਆ, ਪਹਿਲੇ 'ਚ 16000 ਕਿੱਟਾਂ ਆਈਆਂ, ਦੂਜੇ 'ਚ 50000, ਉਹ ਹੋਇਆ 1226 ਰੁਪਏ 'ਚ। ਔਰ ਤੀਜਾ ਜਿਹੜਾ ਟੈਂਡਰ ਹੋਇਆ 7 ਮਈ ਨੂੰ ਉਹ ਹੋਇਆ 1.5 ਲੱਖ ਕਿੱਟਾਂ ਦਾ ਹੋਇਆ 1338 ਰੁਪਏ। ਤੇ 3 ਟੈਂਡਰ 1 ਮਹੀਨੇ ਦੇ ਅੰਦਰ ਇਹਨਾਂ ਨੇ ਕੀਤੇ। ਔਰ ਜਿਹੜੇ ਅਖੀਰਲੇ 2 ਟੈਂਡਰ ਦਿੱਤੇ ਉਹਨਾਂ ਕੋਲ ਡਰੱਗ ਲਾਇਸੈਂਸ ਵੀ ਨਹੀਂ ਸੀਗਾ, ਜਿਨ੍ਹਾਂ ਕਰਕੇ ਵਿਨੀ ਮਹਾਜਨ ਨੇ ਵੀ ਅਪੋਲੋਜਾਈਜ਼ ਕੀਤਾ ਕਿ ਜੀ ਉਹਨਾਂ ਨੇ ਕਿਹਾ ਜੀ ਮੇਰਾ ਹੈ, ਹਾਲਾਂਕਿ ਸਾਰਾ ਕੰਮ ਕਰਾਇਆ ਗਿਆ ਬਲਬੀਰ ਸਿੱਧੂ ਜੀ ਨੇ। ਉਸ ਤੋਂ ਬਾਅਦ ਵੀ ਇਹ ਰੁਕੇ ਨਹੀਂ। ਆਕਸੀਜਨ ਸਿਲੰਡਰਸ ਦਾ ਵੀ ਇੱਕ ਸਕੈਮ ਹੋਇਆ, ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ 10000 ਰੁਪਏ ਦਾ ਜਿਹੜਾ ਆਕਸੀਜਨ ਸਿਲੰਡਰ ਸੀਗਾ ਉਹ ਵੀ ਬਲਬੀਰ ਸਿੱਧੂ ਜੀ ਦੇ ਉਸ 'ਚ 16800 ਰੁਪਏ 'ਚ ਦਿੱਤਾ ਗਿਆ। ਉਸ ਤੋਂ ਬਾਅਦ ਅਗਲਾ ਸਕੈਮ ਕੋਵਿਡ ਵੈਕਸੀਨੇਸ਼ਨ ਦਾ। ਕੋਵਿਡ ਵੈਕਸੀਨੇਸ਼ਨ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਉਹ ਸੈਂਟਰ ਤੋਂ ਵੈਕਸੀਨੇਸ਼ਨ ਆਈ ਔਰ ਵੈਕਸੀਨੇਸ਼ਨ ਨੂੰ ਅੱਗੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤਾ ਗਿਆ 1000 ਰੁਪਏ ਦੇ ਹਿਸਾਬ। ਉਸ ਤੋਂ ਬਾਅਦ ਮਾਫੀ ਮੰਗੀ ਗਈ ਔਰ ਉਹ ਸਾਰੀ ਵੈਕਸੀਨੇਸ਼ਨ ਵਾਪਸ ਚੱਕੀ ਗਈ ਜਦ ਇਹ ਚੀਜ਼ ਓਪਨ ਹੋ ਗਈ ਸੀਗੀ ਸਾਰਿਆਂ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਅਸੀਂ ਇੱਥੇ ਇੱਕ ਮੈਡੀਕਲ ਕਾਲਜ ਬਣਾ ਰਹੇ ਔਰ ਮੈਡੀਕਲ ਕਾਲਜ 2012 ਦਾ ਬਣਦਾ ਪਿਆ ਇੱਥੇ, ਅੱਜ ਤੱਕ ਉਹ ਮੈਡੀਕਲ ਕਾਲਜ ਕੰਪਲੀਟ ਨਹੀਂ ਹੋਇਆ। ਔਰ ਕਰੋਨਾ ਟਾਈਮ ਦੇ ਅੰਦਰ ਹੀ ਜਿੱਥੇ ਸਾਰੀ ਜਗ੍ਹਾ ਦੇ ਉੱਤੇ ਵੈਂਟੀਲੇਟਰਾਂ ਦੀ ਕਮੀਆਂ ਚੱਲ ਰਹੀਆਂ ਸੀਗੀਆਂ, ਮੋਹਾਲੀ ਦੇ ਅੰਦਰ 32 ਵੈਂਟੀਲੇਟਰ ਫ੍ਰੀ ਪਏ ਰਹੇ। ਔਰ ਜਦੋਂ ਖਬਰ ਅਖਬਾਰਾਂ 'ਚ ਆਈ ਤਦ ਇਹਨਾਂ ਨੂੰ ਲੱਗਿਆ ਕਿ ਅਸੀਂ ਉਹ ਪ੍ਰਾਈਵੇਟ ਹਸਪਤਾਲ ਨੂੰ ਦਈਏ। ਇਹਨਾਂ ਕੋਲ ਫਿਰ ਵੀ ਫੈਸਿਲਿਟੀ ਨਹੀਂ ਹੋਈ ਕਿ ਉਹ ਅਸੀਂ ਵੈਂਟੀਲੇਟਰ ਚਲਾ ਸਕੀਏ, ਕਿਉਂਕਿ ਐਨੈਸਥੀਸੀਆ ਦਾ ਡਾਕਟਰ ਉਸ ਤੋਂ ਬਾਅਦ ਵੀ ਉੱਥੇ ਰੱਖਿਆ ਨਹੀਂ ਗਿਆ। ਅੱਜ ਦੀ ਕੰਡੀਸ਼ਨ ਦੇ ਅੰਦਰ ਵੀ ਜਦ ਸਾਡਾ ਦੂਜੇ ਕਰੋਨਾ ਦੀ ਅਗਲੀ ਵੇਵ ਆਉਣ ਦੀ ਤਿਆਰੀ ਹੈ, ਉਹਨਾਂ ਵਾਇਰਸ ਜਿਹੜਾ ਆਉਣ ਵਾਲਾ ਹੈ, ਉਸ ਦੇ ਬਾਵਜੂਦ ਵੀ ਕੋਈ ਵੀ ਚੇਂਜ ਨਹੀਂ ਹੈ। ਸਿਵਲ ਹਸਪਤਾਲ ਦੇ ਉਹੀ ਬੁਰੇ ਹਾਲ ਨੇ। ਉਹਨਾਂ ਨੇ ਬੇਸ਼ੱਕ ਨਾਮ ਨੂੰ ਮੈਡੀਕਲ ਕਾਲਜ ਕਰ ਦਿੱਤਾ ਹੈ, ਪਰ ਮੈਡੀਕਲ ਕਾਲਜ ਦੇ ਅੰਦਰ ਐਨੈਸਥੀਸੀਆ ਦਾ ਡਾਕਟਰ ਵੀ ਨਹੀਂ ਹੈਗਾ। ਇਹ ਹੈਰਾਨਗੀ ਦੀ ਗੱਲ ਹੈ। ਇੱਕ ਵੀ ਵੈਂਟੀਲੇਟਰ ਸਾਡੇ ਹੈਲਥ ਮਿਨਿਸਟਰ ਰਹੇ ਨੇ ਆਪਣੇ ਹਸਪਤਾਲ ਡਿਸਟ੍ਰਿਕਟ ਹਸਪੀਟਲ ਨੂੰ ਵੀ ਇੰਪਰੂਵ ਨਹੀਂ ਕਰ ਪਾਏ। ਪੂਰੇ ਏਰੀਆ ਦੇ ਅੰਦਰ ਇੱਕ ਵੀ ਵੈਂਟੀਲੇਟਰ ਆਪਣੇ ਇਲਾਕੇ 'ਚ ਅੱਜ ਵੀ ਨਹੀਂ ਹੈ ਬਣਾ ਪਾਏ। ਔਰ ਇਹ ਗੱਲਾਂ ਕਰਦੇ ਕਿ ਮੈਂ ਇੰਨੀ ਡਿਵੈਲਪਮੈਂਟ ਕੀਤੀ। ਡਿਵੈਲਪਮੈਂਟ ਕਿਸੇ ਵੀ ਐਂਡ ਤੇ ਇਹਨਾਂ ਨੇ ਨਹੀਂ ਕੀਤੀ। ਇਹਨਾਂ ਨੇ ਸਿਰਫ ਲੈਂਡ ਸਕੈਮਸ ਕੀਤੇ ਨੇ। ਇਹਨਾਂ ਨੇ ਕਰੋਨਾ ਦੇ ਅੰਦਰ ਲੋਕਾਂ ਨੂੰ ਲੁੱਟਿਆ ਔਰ ਇਹਨਾਂ ਨੇ ਹਰ ਇੱਕ ਐਂਗਲ ਦੇ ਉੱਤੇ ਮੈਕਸ ਹਸਪੀਟਲ ਨੂੰ ਪ੍ਰਮੋਟ ਕੀਤਾ। ਹੁਣ ਮੈਕਸ ਹਸਪੀਟਲ ਨੂੰ ਜਦ 2 ਕਿੱਲੇ ਜਗ੍ਹਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤੀ ਸੀਗੀ, ਉਸ ਟਾਈਮ ਦੇ ਉੱਤੇ ਤਦ ਵੀ ਇਹ MLA ਸੀਗੇ, ਇਹਨਾਂ ਨੇ ਇੱਕ ਵਾਰੀ ਵੀ ਆਵਾਜ਼ ਨਹੀਂ ਚੱਕੀ। ਆਵਾਜ਼ ਕਿਉਂ ਨਹੀਂ ਚੱਕੀ? ਕਿਉਂਕਿ ਇਹ ਖੁਦ ਉਸ ਪਾਰਟੀ ਦਾ ਹਿੱਸਾ ਸੀਗੇ, ਮੈਕਸ ਹਸਪੀਟਲ ਦਾ ਹਿੱਸਾ ਸੀਗੇ, ਜਿਸ ਕਰਕੇ ਇਹਨਾਂ ਨੇ ਆਵਾਜ਼ ਬਿਲਕੁਲ ਨਹੀਂ ਚੱਕੀ ਸੀਗੀ। ਔਰ ਜਦ ਖੁਦ ਇਹ ਪਾਵਰ 'ਚ ਆਏ, ਖੁਦ ਇਹ ਸਿਹਤ ਮੰਤਰੀ ਬਣੇ, ਤਦ ਇਹਨਾਂ ਨੇ 1 ਕਿੱਲਾ ਜਗ੍ਹਾ ਮੈਕਸ ਹਸਪੀਟਲ ਨੂੰ ਹੋਰ ਗਿਫਟ ਦੇ ਦਿੱਤੀ। ਔਰ ਉਸ ਗਿਫਟ ਕਰਨ ਦਾ ਇੱਕੋ ਹੀ ਰੀਜ਼ਨ ਸੀਗਾ ਕਿਉਂਕਿ ਇਹਨਾਂ ਦਾ ਉਸ 'ਚ ਹਿੱਸਾ ਪਿਆ ਹੋਇਆ ਮੈਕਸ ਹਸਪੀਟਲ ਦੇ ਅੰਦਰ।
ਅਸੀਂ ਜਿੰਨੀ ਮਰਜ਼ੀ ਪ੍ਰੈਸ ਕਾਨਫਰੰਸ ਅਸੀਂ ਹਰ ਇੱਕ ਵਾਰੀ ਪ੍ਰੋਟੈਸਟ ਕੀਤਾ ਇਹਨਾਂ ਦੇ ਅਗੇਂਸਟ, ਇਹਨਾਂ ਦਾ ਕਦੀ ਜਵਾਬ ਨਹੀਂ ਆਉਂਦਾ। ਕਿਉਂ? ਕਿਉਂਕਿ ਇਹ ਡਰਦੇ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਕੋਲ ਕਿਸੇ ਵੀ ਸਾਡੇ ਸਵਾਲ ਦਾ ਜਵਾਬ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਕਿੰਨੀ ਦੇਰ ਤੋਂ ਬਣਿਆ ਹੋਇਆ, ਔਰ ਉਹ ਬੱਸ ਸਟੈਂਡ ਬੇਸ਼ੱਕ ਦੂਜੀ ਸਰਕਾਰ ਨੇ ਬਣਾਇਆ, ਪਰ ਇਹਨਾਂ ਦਾ ਫਰਜ਼ ਸੀਗਾ ਕਿ ਉਸ ਬੱਸ ਸਟੈਂਡ ਨੂੰ ਸ਼ੁਰੂ ਕਰ ਦੇ। ਸਾਡਾ ਜਿਹੜਾ 8 ਫੇਜ਼ ਦਾ ਬੱਸ ਸਟੈਂਡ ਹੈ ਉਹ ਬੰਦ ਕਰ ਦਿੱਤਾ ਗਿਆ ਹੈ, ਪਰ ਨਵਾਂ ਬੱਸ ਸਟੈਂਡ ਅਜੇ ਤੱਕ ਸ਼ੁਰੂ ਨਹੀਂ ਕੀਤਾ। ਉਸ 'ਚ ਕਈ ਪ੍ਰਾਈਵੇਟ ਲੋਕਾਂ ਦੇ ਵੀ ਸ਼ੋਰੂਮਸ ਨੇ, ਕਈ ਸਰਕਾਰੀ ਦੇ, ਤੇ ਸਰਕਾਰ ਦਾ ਤਾਂ ਪੂਰਾ ਪੈਸਾ ਲੱਗਿਆ ਹੋਇਆ, ਪਰ ਬਲਬੀਰ ਸਿੱਧੂ ਜੀ ਕਦੀ ਵੀ ਉਸ ਬੱਸ ਸਟੈਂਡ ਨੂੰ ਸ਼ੁਰੂ ਨਹੀਂ ਕਰਨਾ ਚਾਹੁੰਦੇ। ਉਹ ਕਿਉਂ ਨਹੀਂ ਕਰਨਾ ਚਾਹੁੰਦੇ, ਉਹਦੇ ਰੀਜ਼ਨਸ ਉਹਨਾਂ ਨੂੰ ਪਤਾ ਹੈ, ਪਰ ਇਸ ਚੀਜ਼ ਦੇ ਉੱਤੇ ਕਦੀ ਵੀ ਜਵਾਬ ਨਹੀਂ ਦੇਣਗੇ। ਸਾਡੇ ਜਦ ਵੀ ਸਵਾਲ ਉਹਨਾਂ ਤੋਂ ਉੱਠਦੇ, ਕਦੀ ਵੀ ਉਹਨਾਂ ਨੇ ਕਿਸੇ ਚੀਜ਼ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ। ਔਰ ਅਸੀਂ ਅੱਜ ਤੁਹਾਡੇ ਰਾਹੀਂ ਇਹ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ, ਬਲਬੀਰ ਸਿੱਧੂ ਦੇ ਕੰਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਮੋਹਾਲੀ ਦੇ ਲੋਕ ਤੁਹਾਡੇ ਤੋਂ ਜਵਾਬ ਮੰਗਦੇ, ਇਹਦਾ ਜਵਾਬ ਜ਼ਰੂਰ ਦਿਓ। ਔਰ ਇੱਕ ਇਹ ਟਰੀ ਅੱਜ ਕੱਲ੍ਹ ਬੜਾ ਕਾਮਯਾਬ ਤੁਸੀਂ ਦੇਖ ਰਹੇ ਹੋ, ਇਹ ਚੱਲਦਾ ਪਿਆ, ਜਿਨ੍ਹਾਂ ਦੇ ਅੰਦਰ ਇਹਨਾਂ ਦੀ ਫੈਮਿਲੀ ਟਰੀ ਹੈ। ਇਹਨਾਂ ਦਾ ਬੇਟਾ ਜਿਹੜਾ ਹੈਗਾ ਯੂਥ ਕਾਂਗਰਸ ਦਾ ਪ੍ਰਧਾਨ ਹੈ, ਇਹਨਾਂ ਦਾ ਜਿਹੜਾ ਭਰਾ ਹੈ ਉਹ ਕੋਆਪਰੇਟਿਵ ਬੈਂਕ ਦਾ ਇੱਕ ਤਾਂ ਡਾਇਰੈਕਟਰ ਹੈ, ਪਲੱਸ ਹੁਣ ਮੇਅਰ ਵੀ ਬਣਾ ਦਿੱਤਾ ਗਿਆ। ਇਹਨਾਂ ਦੇ ਫੈਮਿਲੀ ਦਾ ਕੋਈ ਇਹੋ ਜਿਹਾ ਮੈਂਬਰ ਨਹੀਂ ਹੈ ਜਿਨ੍ਹਾਂ ਨੂੰ ਇਹਨਾਂ ਨੇ ਕੋਈ ਨਾ ਕੋਈ ਪੋਸਟ ਨਾ ਦਿੱਤੀ ਹੋਏ। ਅਗਰ ਆਪਾਂ ਮੋਹਾਲੀ ਦੀ ਗੱਲ ਕਰਦੇ ਹਾਂ ਤੇ ਮੋਹਾਲੀ ਦੇ ਅੰਦਰ ਕਾਂਗਰਸ ਮਤਲਬ ਸਿਰਫ ਬਲਬੀਰ ਸਿੱਧੂ ਹੈ, ਹੋਰ ਕੁਝ ਨਹੀਂ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਕੋਈ ਦੇਖੋ, ਜਿਹੜਾ ਬੰਦਾ ਸਿਹਤ ਮੰਤਰੀ ਰਿਹਾ, ਜਿਹਦਾ ਭਰਾ ਮੇਅਰ ਹੈਗਾ, ਇਸ 'ਚ ਤਾਂ ਕੋਈ ਡਾਊਟ ਹੀ ਨਹੀਂ ਹੈ। ਸਾਨੂੰ ਉਮੀਦ ਸੀਗੀ ਕਿ ਚੰਨੀ ਸਾਹਿਬ ਆ ਕੇ ਕੁਝ ਚੇਂਜ ਕਰਨਗੇ। ਹਾਲਾਂਕਿ ਇਹਨਾਂ ਨੂੰ ਜਦ ਹੈਲਥ ਮਿਨਿਸਟਰ ਤੋਂ ਉਤਾਰਿਆ ਗਿਆ ਤਦ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰੀ ਔਰ ਲਿਟਰਲੀ ਉਸ 'ਚ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ ਹੈ, ਮੈਂ ਤੇ ਪੰਜਾਬ ਦਾ ਹੈਲਥ ਸਿਸਟਮ ਨੂੰ ਸੁਧਾਰਿਆ ਤੇ ਕੋਈ ਸਿਸਟਮ ਨਹੀਂ, ਸਰਕਾਰ ਤੇ ਇਹਨਾਂ ਦੇ ਨਾਲ ਮਿਲੀ ਹੋਈ ਹੈ, ਉਸ 'ਚ ਕੋਈ ਡਾਊਟ ਨਹੀਂ, ਕਿਉਂਕਿ ਐਮਐਲਏ ਨੇ ਕਾਂਗਰਸ ਦੇ, ਔਰ ਐਸੀ ਕਰਕੇ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਹੜੀ ਗਊਸ਼ਾਲਾ ਦੀ ਜਗ੍ਹਾ ਦੀ ਗੱਲ ਕਰ ਰਹੇ ਹੋ ਤੁਸੀਂ, ਉਹਦੇ 'ਚ ਆਪਣੇ ਵੱਲੋਂ ਕੋਈ ਕੰਪਲੇਂਟ ਅੱਜ ਤੱਕ ਕਦੇ ਤੁਹਾਡੀ ਪਾਰਟੀ ਵੱਲੋਂ ਜਾਂ ਤੁਹਾਡੇ ਵੱਲੋਂ ਜਿਹੜੇ ਵੀ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਬਲਬੀਰ ਸਿੰਘ ਸਿੱਧੂ ਤੇ, ਕੋਈ ਕੰਪਲੇਂਟ ਕੀਤੀ ਹੈ? ਸਰ, ਜਦ ਇਹਨਾਂ ਨੇ ਅਲਾਟ ਕੀਤੀ ਸੀਗੀ, ਅਸੀਂ ਸਭ ਤੋਂ ਪਹਿਲਾਂ ਇੱਕ ਪ੍ਰੈਜੈਂਟੇਸ਼ਨ ਦਿੱਤਾ ਸੀ ਡਿਪਟੀ ਕਮਿਸ਼ਨਰ ਕਿ ਇਹ ਗਊਸ਼ਾਲਾ ਦੀ ਜ਼ਮੀਨ ਜਿਹੜੀ ਹੈ ਗਲਤ ਹੈ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਬਾਹਰ ਪ੍ਰੋਟੈਸਟ ਵੀ ਕੀਤਾ। ਹਾਈ ਕੋਰਟ ਦੇ ਅੰਦਰ ਆਲਰੇਡੀ ਇਹ ਕੇਸ ਕਿਸੇ ਨੇ ਲਾਂਚ ਕੀਤਾ ਹੈ, ਸਾਡੇ ਕੋਲ ਉਹਦੀ ਡਿਟੇਲ ਹੈ, ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ। ਪਰ ਅਸੀਂ ਦੇਖਿਆ ਕਿ ਹਾਈ ਕੋਰਟ ਦੇ ਅੰਦਰ ਵੀ ਕਾਫੀ ਡਿਲੇ ਹੋ ਰਿਹਾ, ਇਸ ਕਰਕੇ ਅਸੀਂ ਜਿਹੜਾ ਪ੍ਰੋਟੈਸਟ ਹੈ ਇਹਨਾਂ ਦੀ ਗਊਸ਼ਾਲਾ ਦੇ ਬਾਹਰ ਕਰਾਂਗੇ। ਜਿਵੇਂ ਉੱਥੇ ਹੀ ਬੈਠ ਕੇ ਸਾਰਾ ਪ੍ਰੋਟੈਸਟ ਕੀਤਾ ਜਾਏਗਾ ਤਾਂ ਕਿ ਇਹ ਜ਼ਮੀਨ ਨੂੰ ਵਾਪਸ ਦਿਲਾਇਆ ਜਾਏ। ਆਲਰੇਡੀ ਕੇਸ ਹਾਈ ਕੋਰਟ 'ਚ ਲਾਂਚ ਕੀਤਾ ਹੋਇਆ ਹੈ, ਉਹ ਸਾਡੇ ਵੱਲੋਂ ਨਹੀਂ, ਪਿੰਡ ਦੇ ਵੋਲੰਟੀਅਰ ਨੇ ਲਾਂਚ ਕੀਤਾ ਹੈ। ਪਰ ਆਮ ਆਦਮੀ ਪਾਰਟੀ ਜਦ ਵੀ ਪਾਵਰ 'ਚ ਆਉਂਦੀ ਹੈ, ਸਭ ਤੋਂ ਪਹਿਲਾਂ ਇਹ ਸਾਰੀਆਂ ਜ਼ਮੀਨਾਂ ਪਿੰਡਾਂ ਦੀਆਂ ਜਿੰਨੀਆਂ ਵੀ ਨੇ, ਇਹ ਸਾਰੀਆਂ ਵਾਪਸ ਕਰਾਈਆਂ ਜਾਣਗੀਆਂ। ਕਿੰਨੀ ਕੁ ਜ਼ਮੀਨ ਹੈਗੀ ਤੁਹਾਡੇ ਹਿਸਾਬ ਨਾਲ? ਕਿਹੜੀ ਵਾਲੀ? ਜਿਹੜੀ ਕੈਪਚਰ ਕਰ ਰਹੇ ਆ? ਜਿਹੜੀ ਦੇਖੋ, ਜ਼ਮੀਨ ਜਿਹੜੀ ਹੈਗੀ ਹੈ, ਅਗਰ ਆਪਾਂ ਗੱਲ ਕਰੀਏ ਤੇ ਬੜੀ ਪਿੰਡ ਦੀ ਜ਼ਮੀਨ ਹੈਗੀ ਹੈ 5 ਕਿੱਲੇ, ਜਿਹੜੀ ਉਸ ਤੋਂ ਬਾਅਦ ਮਾਨਕਪੁਰ ਕਲਰ ਦੀ ਜ਼ਮੀਨ ਹੈਗੀ ਹੈ 5 ਕਿੱਲੇ। ਇਹ ਜ਼ਮੀਨ ਦੀ ਜਿਹੜੀ ਕੀਮਤ ਹੈ, ਇੱਕ ਜ਼ਮੀਨ ਦੀ ਕੀਮਤ 8 ਤੋਂ 10 ਕਰੋੜ ਹੈ, ਕਿਉਂਕਿ ਇਹ 에ਅਰਪੋਰਟ ਰੋਡ ਦੇ ਉੱਤੇ ਜ਼ਮੀਨਾਂ ਪਈਆਂ ਹੋਈਆਂ। 10 ਕਿੱਲੇ ਜਿਹੜੀ ਗਊਸ਼ਾਲਾ ਦੀ ਜ਼ਮੀਨ ਹੈਗੀ ਹੈ ਉਹ ਵੀ ਹੈ। ਇਸ ਤੋਂ ਇਲਾਵਾ ਵੀ ਸਾਨੂੰ ਪਤਾ ਲੱਗਿਆ ਕਿ ਚੁਜਾਰ ਨਗਰ, ਕੁੜਲਾ ਕੁੜਵੀ ਦੇ ਅੰਦਰ ਵੀ ਹੋਰ ਜ਼ਮੀਨਾਂ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਜਿਹਦੀ ਡਿਟੇਲਸ ਅਸੀਂ ਪੂਰੇ ਆਪਣੇ ਮੈਨੀਫੈਸਟੋ ਛਾਪਾਂਗੇ ਔਰ ਇਹ ਸਾਰੀ ਜ਼ਮੀਨ ਵਾਪਸ ਦਿਲਾਵਾਂਗੇ। ਕਿ ਅਸੀਂ ਬਿਲਕੁਲ ਤਿਆਰ ਹਾਂ। ਔਰ ਜਦ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ, ਅਸੀਂ ਬਲਬੀਰ ਸਿੱਧੂ ਜੀ ਨੂੰ ਕਈ ਵਾਰ ਇਨਵਾਈਟ ਕੀਤਾ ਹੈ। ਅਸੀਂ ਅੱਜ ਫਿਰ ਤੁਹਾਡੇ ਮਾਧਿਅਮ ਤੋਂ ਇਨਵਾਈਟ ਕਰਦੇ ਹਾਂ ਕਿ ਬਲਬੀਰ ਸਿੱਧੂ ਜੀ ਜਿੱਥੇ ਕਹਿਣਗੇ, ਜਦ ਕਹਿਣਗੇ, ਅਸੀਂ ਡਿਬੇਟ ਕਰਨ ਲਈ ਤਿਆਰ ਹਾਂ। ਤੁਸੀਂ ਕਿਹਨਾਂ ਆਪਣੇ ਕੋਲ ਸੋਸ਼ਲਿਸਟ ਦੇਖਦੇ ਹੋ ਕਿ ਸਮਾਜ ਸੇਵਕ ਹੋ? ਉਹ ਕੀ ਕੰਮ ਹੈ, ਕਿਹੜੇ ਕੰਮ ਤੁਸੀਂ ਕੀਤੇ ਹੋ? ਦੇਖੋ, ਸੋਸ਼ਲ ਐਕਟਿਵਿਸਟ ਹੋਣਾ ਤੇ ਇਹ ਤੇ ਇਦਾਂ ਹੈ ਕਿ ਜੇ ਆਪਾਂ ਧਰਤੀ ਤੇ ਪੈਦਾ ਹੋਏ ਹਾਂ ਤੇ ਸਾਨੂੰ ਉਹਦਾ ਕਰਜ਼ ਵੀ ਵਾਪਸ ਕਰਨਾ ਚਾਹੀਦਾ ਹੈ। 2009 ਤੋਂ ਅਸੀਂ ਇੱਕ ਮੋਬਾਈਲ ਡੈਂਟਲ ਹਸਪੀਟਲ ਬਣਾਇਆ ਹੋਇਆ, ਜਿਹੜੇ ਕਿ ਫ੍ਰੀ ਸੇਵਾ ਕਰਦਾ ਹਰ ਪਿੰਡਾਂ ਦੇ ਅੰਦਰ ਜਾ ਕੇ। ਤੇ ਜਦ ਸਿੰਘੂ ਬਾਰਡਰ ਦੇ ਉੱਤੇ ਰਾਜੇਵਾਲ ਸਾਹਿਬ ਦੀ ਸਟੇਟਮੈਂਟ ਆਈ ਸੀ ਵੀ ਨਾਰਮਲ ਲੋਕੀ ਵੀ ਚੱਲਣ, ਅਸੀਂ ਵੀ ਉਹਨਾਂ ਦੇ ਨਾਲ ਸਿੰਘੂ ਬਾਰਡਰ ਗਏ ਸੀ ਤੇ 5 ਮਹੀਨੇ ਅਸੀਂ ਉੱਥੇ ਹੀ ਰਹਿ ਕੇ ਆਏ। ਕਰੋਨਾ ਦੇ ਟਾਈਮ ਦੇ ਉੱਤੇ ਅਸੀਂ ਇੱਕ ਮੋਹਾਲੀ ਹੈਲਪਰਸ ਗਰੁੱਪ ਬਣਾਇਆ ਸੀਗਾ, ਜਿਸ 'ਚ ਡਿਫਰੈਂਟ ਲੋਕੀ ਸੀਗੇ, ਔਰ ਉਸ 'ਚ ਵੀ ਅਸੀਂ ਏਰੀਆ ਦੇ ਅੰਦਰ ਰਾਸ਼ਨ ਜਾਂ ਲੰਗਰ, ਇਹ ਸੇਵਾ ਕਰੋਨਾ ਦੇ ਪੀਪੀ ਕਿਟਸ ਤੱਕ ਅਸੀਂ ਡੋਨੇਟ ਕੀਤੀਆਂ। ਰਾਦਰ ਉਸ ਟਾਈਮ ਦੇ ਅੰਦਰ ਅਸੀਂ ਸਿਵਲ ਹਸਪਤਾਲ 'ਚ ਵੀ ਕਾਫੀ ਕਿਟਸ ਡੋਨੇਟ ਕੀਤੀ ਸੀ। ਇਸ ਕਰਕੇ ਆਪਣੇ ਆਪ ਨੂੰ ਸੋਸ਼ਲ ਐਕਟਿਵਿਸਟ ਕਹਿੰਦੇ ਹਾਂ। ਇਹ ਦੱਸੋ, ਤੁਸੀਂ ਰਾਜੇਵਾਲ ਦੀ ਗੱਲ ਕੀਤੀ ਹੈ, ਹਾਲਾਂਕਿ ਉਹ ਡਿਨਾਈ ਕਰੀ ਜਾਂਦੇ ਨੇ, ਬਟ ਗੱਲ ਇਹ ਚੱਲ ਰਹੀ ਹੈ ਕਿ ਹੀ ਵਿਲ ਬੀ ਔਨ ਫੇਸ ਆਫ ਸੀਐਮ ਇਨ ਪੰਜਾਬ। ਸਰ, ਵੈਸੇ ਤਾਂ ਇਹਦਾ ਜਵਾਬ ਤਾਂ ਕੇਜਰੀਵਾਲ ਸਾਹਿਬ ਹੀ ਦੇ ਸਕਦੇ ਹੈ, ਪਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੇ ਇੰਨਾ ਵੱਡਾ ਕੱਦ ਹੈ ਉਹਨਾਂ ਦਾ, ਇੰਨਾ ਵੱਡਾ ਉਹਨਾਂ ਨੇ ਰਾਦਰ ਆਪਣੀ ਸਟੇਟਮੈਂਟ 'ਚ ਹੀ ਕਿਹਾ ਕਿ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣ ਕੇ ਰਹਾਂਗੇ, ਅਸੀਂ ਕੋਈ ਵੀ ਪੋਲੀਟੀਕਲ ਪਾਰਟੀ ਜੁਆਇਨ ਨਹੀਂ ਕਰਾਂਗੇ।
ਪਰ ਆਮ ਆਦਮੀ ਪਾਰਟੀ ਕੋਈ ਵੀ ਬੰਦਾ ਜਿਹੜਾ ਪੰਜਾਬ ਨੂੰ, ਜਿਹੜਾ ਦੇਸ਼ ਨੂੰ ਬਦਲਣਾ ਚਾਹੁੰਦਾ, ਉਹਦਾ ਵੈਲਕਮ ਕਰਦੀ ਹੈ ਔਰ ਪਹਿਲੇ ਦਿਨ ਤੋਂ ਕਰਦੀ ਹੈ ਔਰ ਕਰਦੀ ਰਹੂ।